ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਪਣੀ ਸੋਚ ਦੇ ਇੱਕ ਹੋਰ ਐਪੀਸੋਡ ਦੇ ਵਿੱਚ ਅਸੀਂ ਤੁਹਾਨੂੰ ਵੈਲਕਮ ਕਰਦੇ ਹਾਂ। ਜਿੱਦਾਂ ਤੁਸੀਂ ਜਾਣਦੇ ਆ, ਮੈਂ ਤੁਹਾਡੀ ਕੋ-ਹੋਸਟ ਜਸਮੀਤ। ਅੱਜ ਦੇ ਐਪੀਸੋਡ ਦੇ ਵਿੱਚ ਅਸੀਂ ਇੱਕ ਬਹੁਤ ਹੀ ਜ਼ਰੂਰੀ ਟੌਪਿਕ ਬਾਰੇ ਗੱਲ ਕਰਾਂਗੇ, ਰੇਸਿਜ਼ਮ ਤੇ ਬਲੈਕ ਲਾਈਵਜ਼ ਮੈਟਰ ਦਾ ਮੂਵਮੈਂਟ। ਸ਼ਾਇਦ ਕਈ ਵਿਊਅਰਸ ਨੂੰ ਲੱਗੂਗਾ ਕਿ ਇਹ ਟੌਪਿਕ ਬਹੁਤ ਹੀ ਕੰਟਰੋਵਰਸ਼ੀਅਲ ਆ। ਅਸੀਂ ਇਹਦੇ ਬਾਰੇ ਕਿਉਂ ਗੱਲ ਕਰ ਰਹੇ ਹਾਂ, ਜਾਂ ਇਹ ਜਿਹੜਾ ਟੌਪਿਕ ਹੈ ਇਹਦੀ ਅਹਿਮੀਅਤ ਮੇਰੇ ਲਾਈਫ ਤੇ ਕਿਸ ਤਰੀਕੇ ਦੇ ਨਾਲ ਹੈਗੀ ਆ। ਮੈਂ ਤਾਂ ਕਦੇ ਰੇਸਿਜ਼ਮ ਐਕਸਪੀਰੀਅੰਸ ਨਹੀਂ ਕੀਤੀ। ਜਦ ਮੈਂ ਤੇ ਮਨੀਤ ਨੇ ਆਪਣੀ ਸੋਚ ਦਾ ਸੈਗਮੈਂਟ ਸ਼ੁਰੂ ਕੀਤਾ ਸੀ ਸਿੱਖ ਚੈਨਲ ਦੇ ਨਾਲ, ਸਾਡਾ ਮਕਸਦ ਇੱਕੋ ਹੀ ਸੀ ਕਿ ਅਸੀਂ ਸਾਡੀ ਕਮਿਊਨਿਟੀ ਦੀ ਸੋਚ ਬਦਲਣਾ ਚਾਹੁੰਦੇ ਹਾਂ। ਜੇ ਉਹ ਮੈਂਟਲ ਹੈਲਥ ਟੌਪਿਕਸ ਦੇ ਬਾਰੇ ਹੋਵੇ ਜਾਂ ਕੋਈ ਦੂਸਰੇ ਟੌਪਿਕਸ ਜਿਹਦੇ ਬਾਰੇ ਸਾਡੀ ਕਮਿਊਨਿਟੀ ਚੁੱਪ ਰਹਿੰਦੀ ਆ, ਇਨਫੋਰਮੇਸ਼ਨ ਤੁਹਾਡੇ ਲਈ ਪ੍ਰੈਜ਼ੈਂਟ ਕਰਕੇ, ਡਿਸਕਸ਼ਨਸ ਕਰਕੇ ਅਸੀਂ ਤੁਹਾਡੀ ਸੋਚ ਬਦਲਣਾ ਚਾਹੁੰਦੇ ਹਾਂ। ਐਂਡ ਇਹ ਜਿਹੜਾ ਟੌਪਿਕ ਆ ਰੇਸਿਜ਼ਮ ਬਹੁਤ ਹੀ ਇੰਪੋਰਟੈਂਟ ਆ ਬਿਕਾਜ਼ ਸਾਡੀ ਕਮਿਊਨਿਟੀ ਦੇ ਵਿੱਚ ਵੀ ਇਹ ਐਗਜ਼ਿਸਟ ਹੁੰਦਾ ਆ। ਸੋ ਅੱਜ ਦੇ ਡਿਸਕਸ਼ਨ ਵਿੱਚ ਅਸੀਂ ਗੱਲ ਕਰਾਂਗੇ ਕਿ ਬਲੈਕ ਲਾਈਵਜ਼ ਮੈਟਰ ਦਾ ਮੂਵਮੈਂਟ ਕਿਉਂ ਜ਼ਰੂਰੀ ਆ, ਸਾਡੇ ਕਮਿਊਨਿਟੀ ਦੇ ਵਿੱਚ ਰੇਸਿਜ਼ਮ ਕਿਸ ਤਰੀਕੇ ਦੇ ਨਾਲ ਲੋਕ ਐਕਸਪੀਰੀਅੰਸ ਕਰਦੇ ਆ, ਐਂਡ ਜੇ ਅਸੀਂ ਇਹ ਗੱਲਬਾਤ ਆਪਣੇ ਘਰ ਦੇ ਵਿੱਚ ਸ਼ੁਰੂ ਕਰਨੀ ਆ, ਕਿਸ ਤਰੀਕੇ ਦੇ ਨਾਲ ਕਰ ਸਕਦੇ ਆ, ਐਂਡ ਜੇ ਅਸੀਂ ਆਪਣੀ ਬਲੈਕ ਕਮਿਊਨਿਟੀ ਦੀ ਸਪੋਰਟ ਕਰਨੀ ਆ, ਅਸੀਂ ਕਿੱਦਾਂ ਕਰ ਸਕਦੇ ਹਾਂ। ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਜਾਸਮੀਨ ਨੇ ਜਿਵੇਂ ਅੱਜ ਸ਼ੇਅਰ ਕੀਤਾ, ਬਹੁਤ ਇੰਪੋਰਟੈਂਟ ਟੌਪਿਕ ਹੈਗਾ ਆ। ਤੇ ਜੇ ਤੁਸੀਂ ਸੋਚ ਰਹੇ ਹੋ ਕਿ ਇਹ ਰੇਸਿਜ਼ਮ ਸਾਨੂੰ ਇੰਪੈਕਟ ਨਹੀਂ ਕਰਦਾ, ਤੁਹਾਡੀ ਕਮਿਊਨਿਟੀ ਨੂੰ ਨਹੀਂ ਇੰਪੈਕਟ ਕਰਦਾ, ਤੁਸੀਂ ਬਹੁਤ ਗਲਤ ਹੈਗੇ ਹੋ। ਕਈ ਵਾਰ ਆਪਾਂ ਨੂੰ ਪਤਾ ਵੀ ਨਹੀਂ ਹੁੰਦਾ ਕਿਸ ਚੀਜ਼ਾਂ ਆਪਣੀ ਲਾਈਫ ਨੂੰ, ਆਪਣੀ ਕਮਿਊਨਿਟੀ ਨੂੰ ਇੰਪੈਕਟ ਕਰ ਰਹੀਆਂ। ਤੇ ਆਈ ਥਿੰਕ ਜੇ ਆਪਾਂ ਸਿੱਖੀ ਬਾਰੇ ਸੋਚੀਏ, ਸੋਚੀਏ ਆਪਾਂ ਸਾਰੇ ਇੱਕ ਹੈਗੇ ਆ, ਆਪਾਂ ਸਾਰੇ ਜੁੜੇ ਹੈਗੇ ਆ। ਜੇ ਆਪਣੇ ਨੇਬਰਸ ਕਿਤੇ ਵੀ ਵਰਲਡ ਵਾਈਡ ਸਟਰਗਲ ਕਰ ਰਹੇ ਆ, ਉਹਨਾਂ ਦੀ ਸਟਰਗਲ ਆਪਣੀ ਸਟਰਗਲ ਹੈਗੀ ਆ, ਤੇ ਆਪਣੀ ਰਿਸਪੌਂਸਿਬਿਲਿਟੀ ਹੈਗੀ ਆ ਕਿ ਆਪਾਂ ਆਦੀ ਸੋਚ ਬਾਰੇ ਸੋਚੀਏ ਕਿ ਆਪਾਂ ਕੀ ਸੋਚਦੇ ਆ, ਆਪਣੇ ਕਿਹੜੇ ਖਿਆਲ ਹੈਗੇ ਆ, ਆਪਣੇ ਆਸ-ਪਾਸ ਕੈਸੀਆਂ ਗੱਲਾਂ ਹੋ ਰਹੀਆਂ ਤੇ ਉਹਦੇ ਬਾਰੇ ਅਸੀਂ ਕੁਝ ਕਰ ਰਹੇ ਹੈਗੇ ਆ ਜਾਂ ਨਹੀਂ। ਮੈਨੂੰ ਬਹੁਤ ਖੁਸ਼ੀ ਮਿਲਦੀ ਆ ਅੱਜ ਦੇ ਐਪੀਸੋਡ ਦੇ ਵਿੱਚ ਸਾਡੀ ਭੈਣ ਹਰਜੋਤ ਸਾਨੂੰ ਜੁਆਇਨ ਕਰ ਰਹੀ ਆ। ਉਹ always ਸਾਡੀ ਸੋਚ ਸਪੋਰਟਰ ਰਹੀ ਆ। ਮੇਰੇ ਡੈਡ ਵੀ ਹਰਜੋਤ ਤੇ ਉਹਦੀ ਮਮ ਨੂੰ ਬਹੁਤ ਕਲੋਸਲੀ ਜਾਣਦੇ ਹੈਗੇ ਆ, ਸੋ very special place ਹੈਗਾ ਆ ਸਾਡੇ ਹਾਰਟ ਦੇ ਵਿੱਚ for ਹਰਜੋਤ। ਸੋ ਹਰਜੋਤ, ਥੈਂਕ ਯੂ ਸੋ ਮਚ। ਤੁਸੀਂ ਪਲੀਜ਼ ਸਾਰਿਆਂ ਨੂੰ, ਸਾਡੇ ਵਿਊਅਰਸ ਨੂੰ ਆਪਦੇ ਬਾਰੇ ਦੱਸੋ, ਤੁਸੀਂ ਕਮਿਊਨਿਟੀ ਮੈਂਬਰ ਹੈਗੇ ਹੋ, ਤੁਹਾਡੀ ਬੈਕਗ੍ਰਾਉਂਡ ਕੀ ਆ, ਤੇ ਆਪਾਂ ਫਿਰ ਡਿਸਕਸ਼ਨ ਸ਼ੁਰੂ ਕਰਦੇ ਹਾਂ ਅੱਜ ਲਈ। Thank you so much. ਸਤਿ ਸ਼੍ਰੀ ਅਕਾਲ ਸਾਰਿਆਂ ਨੂੰ। ਮੈਂ ਹਰਜੋਤ ਕੁਮਰ ਮਥਾਰੂ ਹਾਂ ਤੇ ਮੈਂ ਤੇ ਮੇਰੇ ਮਾਮ ਰਾਜ ਕੁਮਨ ਇਕੱਠੇ ਅਸੀਂ ਫੁਲਕਾਰੀ ਪ੍ਰੋਗਰਾਮ ਪੇਸ਼ ਕਰਦੇ ਹਾਂ 1320 AM ਸਟੇਸ਼ਨ ਤੇ। ਹੁਣ 10 ਸਾਲ ਹੋ ਗਏ ਅਸੀਂ ਇਹ ਪ੍ਰੋਗਰਾਮ ਪੇਸ਼ ਕਰਦੇ ਹਾਂ। ਅਸੀਂ ਸ਼ੁਰੂ ਕੀਤਾ ਸੀ ਅਸੀਂ ਇਸੇ ਟੌਪਿਕ ਦੇ ਵਿੱਚ, ਜੇ ਅਸੀਂ ਇਦਾਂ ਦੀਆਂ ਗੱਲਾਂ ਬਾਤਾਂ ਘਰ ਵਿੱਚ ਨਹੀਂ ਕਰ ਸਕਦੇ, ਅਸੀਂ ਰੇਡੀਓ ਤੇ ਵੀ ਕਰ ਸਕਦੇ ਹਾਂ। ਤੇ ਮਾਵਾਂ ਧੀਆਂ ਦੇ ਹੋਣ ਕਰਕੇ ਸਾਨੂੰ ਇੱਕ ਪਲੇਟਫਾਰਮ ਮਿਲਿਆ ਕਿ ਅਸੀਂ ਇਨਫੋਰਮਲੀ ਉਹ ਤੇ ਥੋੜੇ ਡਿਫਿਕਲਟ ਟੌਪਿਕਸ ਲੈ ਕੇ ਆ ਸਕਦੇ ਸਾਹਮਣੇ, ਜੋ ਲੋਕੀ ਮੇਬੀ ਫਾਰਮਲ ਰਿਲੇਸ਼ਨਸ਼ਿਪਸ ਵਿਦ ਰੈਗੂਲਰ ਕੋ-ਹੋਸਟ ਉਹ ਨਹੀਂ ਕਰ ਸਕਦੇ। ਸਾਡੀ ਇਨਫੋਰਮੈਲਿਟੀ ਕਰਕੇ ਅਸੀਂ ਮਾਵਾਂ ਧੀਆਂ ਅਸੀਂ ਕਰ ਸਕਦੇ ਹਾਂ। ਸੋ ਸ਼ੁਰੂ ਕੀਤਾ ਸੀ ਅਸੀਂ ਵੂਮਨਸ ਇਸ਼ੂ ਦੇ ਟੌਪਿਕਸ ਲੈ ਕੇ, ਦੋਵੇਂ ਅਸੀਂ ਵੂਮਨ ਹੋ ਕੇ, ਕਿਉਂਕਿ ਸਾਡੀ ਕਮਿਊਨਿਟੀ ਦੇ ਵਿੱਚ ਬਹੁਤ ਘੱਟ ਲੇਡੀਜ਼ ਨੇ ਜਰਨਲਿਜ਼ਮ ਮੀਡੀਆ ਦੇ ਵਿੱਚ। ਅਸੀਂ ਸ਼ੁਰੂਆਤ ਇੱਥੇ ਕੀਤੀ ਸੀ ਅਸੀਂ ਵੂਮਨਸ ਇਸ਼ੂਜ਼ ਦੇ ਨਾਲ, ਤੇ ਨਾਲ ਫਿਰ ਅਸੀਂ ਜਦੋਂ ਇੱਕ ਤੁਸੀਂ ਇਸ਼ੂ ਸ਼ੁਰੂ ਕਰਦੇ ਆ ਫਿਰ ਕਿੰਨੇ ਹੋਰ ਅੱਗੇ ਆ ਜਾਂਦੇ ਆ। ਸੋ ਸਾਡਾ ਇਹ ਮਕਸਦ ਸੀ ਕਿ ਅਸੀਂ ਜੋ ਵੀ ਅੱਗੇ ਕਰ ਸਕਦੇ ਹਾਂ, ਅਸੀਂ ਪਲੇਟਫਾਰਮਸ ਬਣਾ ਸਕਦੇ ਹਾਂ ਆਰਟਿਸਟ ਵਾਸਤੇ। ਅਸੀਂ ਚਿੜੀਆਂ ਦਾ ਚੰਬਾ ਇੱਕ ਇਵੈਂਟ ਕਰਦੇ ਜਿੱਥੇ ਅਸੀਂ ਸੋਚ ਮੈਂਟਲ ਹੈਲਥ ਨੂੰ ਵੀ ਆਨਰ ਕੀਤਾ ਹੋਇਆ, ਇੱਕ ਪਲੇਟਫਾਰਮ ਬਣਾਇਆ। not only ਸਾਡਾ ਪਲੇਟਫਾਰਮ ਹੋਵੇ ਬਟ ਅਸੀਂ ਦੂਸਰਿਆਂ ਦੀਆਂ ਆਵਾਜ਼ਾਂ ਅਸੀਂ ਕਿਵੇਂ ਐਂਪਲੀਫਾਈ ਕਰ ਸਕਦੇ ਹਾਂ। ਤੇ ਰਾਈਟ ਨਾਓ ਜੋ ਬਲੈਕ ਲਾਈਵਜ਼ ਮੂਵਮੈਂਟ ਹੋ ਰਿਹਾ, ਇਹੀ ਚੀਜ਼ ਹੋ ਰਹੀ ਆ ਕਿ ਅਸੀਂ ਆਪਣੇ ਘਰ ਕੀ ਕੁਛ ਕਰ ਸਕਦੇ ਆ। ਇੱਕ ਮੂਵਮੈਂਟ ਜੋ ਦੁਨੀਆ ਵਿੱਚ ਹੋ ਰਹੀ ਆ, ਉਹ ਅਸੀਂ ਮੂਵਮੈਂਟ ਕਿਵੇਂ ਅਸੀਂ ਹੋਰ ਐਂਪਲੀਫਾਈ ਕਰ ਸਕਦੇ ਕਿ ਉਹ ਹਰ ਘਰ ਦੇ ਵਿੱਚ ਕਿਵੇਂ ਕਨਵਰਸੇਸ਼ਨਸ ਹੋ ਸਕਦੇ। ਐਂਡ ਜਿੱਦਾਂ ਤੁਸੀਂ ਕਹਿ ਰਹੇ ਸੀ ਕਿ ਤੁਸੀਂ ਲੋਕਾਂ ਦੀ ਆਵਾਜ਼ਾਂ ਨੂੰ ਫੋਰਫਰੰਟ ਤੇ ਲੈ ਕੇ ਆ ਰਹੇ ਆ, ਦਿਸ ਵੀਕ ਤੁਸੀਂ ਉਹੀ ਕੀਤਾ ਸੀਗਾ ਆਪਣੇ ਖੁਦ ਦੇ ਰੇਡੀਓ ਸਟੇਸ਼ਨ ਤੇ, ਐਂਡ ਉੱਥੋਂ ਵੀ ਸਾਨੂੰ ਇੰਟਰਸਟ ਆਇਆ ਕਿ ਜੋ ਤੁਸੀਂ ਬਲੈਕ ਲਾਈਵਜ਼ ਮੈਟਰ ਦੇ ਮੂਵਮੈਂਟ ਬਾਰੇ ਗੱਲ ਕਰ ਰਹੇ ਆ, ਉਹ ਇੱਕ ਗਲੋਬਲ ਪਲੇਟਫਾਰਮ ਤੇ ਵੀ ਕਨਵਰਸੇਸ਼ਨ ਹੋਣੀ ਚਾਹੀਦੀ ਆ, ਸਪੈਸ਼ਲੀ ਥਰੂ ਦ ਸਿੱਖ ਚੈਨਲ। ਐਂਡ ਜਿੱਦਾਂ ਮਨੀਤ ਕਹਿ ਰਹੇ ਸੀ ਕਿ ਸਿੱਖੀ ਦੇ ਵਿੱਚ ਇਹ ਜਿਹੜਾ ਵਨਨੈਸ ਦਾ ਪ੍ਰਿੰਸੀਪਲ ਜਾਂ ਐਲੀਮੈਂਟ ਆ, ਉਹ ਕਿੰਨਾ ਇੰਪੋਰਟੈਂਟ ਆ।
ਪਰ ਰੀਅਲ ਲਾਈਫ ਦੇ ਵਿੱਚ ਅਕਸਰ ਅਸੀਂ ਭੁੱਲ ਜਾਂਦੇ ਆ ਕਿ ਜੋ ਸਾਡੇ ਨੇਬਰਸ ਜਾਂ ਜੋ ਡਿਫਰੈਂਟ ਕਮਿਊਨਿਟੀ ਦੇ ਲੋਕ ਹੈਗੇ ਆ ਉਹ ਵੀ ਸਾਡੇ ਵਾਂਗੂ ਇਨਸਾਨ ਹੀ ਹੈਗੇ ਆ ਸੋ ਤੁਸੀਂ ਥੋੜਾ ਦੱਸ ਸਕਦੇ ਆ ਕਿ ਤੁਸੀਂ ਮੰਡੇ ਜਦ ਤੁਸੀਂ ਗੱਲ ਕੀਤੀ ਸੀਗੀ ਤੁਸੀਂ ਕਿਉਂ ਸ਼ੁਰੂ ਕੀਤੀ ਲਾਈਕ ਕਿਉਂ ਤੁਹਾਨੂੰ ਇੰਪੋਰਟੈਂਟ ਲੱਗਿਆ ਕਿ ਤੁਸੀਂ ਆਪਣੇ ਪਲੇਟਫਾਰਮ ਤੇ ਇਸ ਟੌਪਿਕ ਬਾਰੇ ਗੱਲ ਕਰਨ ਤੁਸੀਂ ਬਿਲਕੁਲ ਸਹੀ ਕਿਹਾ ਕਿ ਸਿੱਖ ਹੋ ਕਹਿ ਕੇ ਅਸੀਂ ਕਹਿੰਦੇ ਆ ਕਿ ਏਕਤਾ ਪੂਰੀ ਦੁਨੀਆ ਵਿੱਚ ਹੋਣੀ ਚਾਹੀਦੀ ਆ ਪਰ ਇੱਕ ਗੱਲ ਹੈ ਕਿ ਲਿਖਿਆ ਵਾ ਤੇ ਨਾਲ ਦੂਸਰਾ ਪਾਸਾ ਹੈਗਾ ਵਾ ਜੋ ਅਸੀਂ ਕਰਦੇ ਆ ਤੇ ਕਰਨ ਦੇ ਵਿੱਚ ਸਾਨੂੰ ਪਤਾ ਵਾ ਕਿ ਜਿਹੜੀ ਰੇਸਿਜ਼ਮ ਹੈਗੀ ਆ ਜਿਹੜੇ ਦੂਜੇ ਲੋਕਾਂ ਨੂੰ ਜੱਜ ਕਰਨਾ ਜਾਂ ਆਪਣੇ ਐਕਸ਼ਨਸ ਚੇਂਜ ਕਰਨਾ ਦੂਜੇ ਨੂੰ ਦੇਖ ਕੇ ਕਿਉਂਕਿ ਉਹ ਕਿੱਦਾਂ ਦੇ ਲੋਕ ਨੇ ਇਹ ਸਾਡੀ ਕਮਿਊਨਿਟੀ 'ਚ ਹੈਗੀ ਆ ਅਸੀਂ ਇਹ ਡਿਨਾਈ ਨਹੀਂ ਕਰ ਸਕਦੇ ਐਂਡ ਪਤਾ ਨਹੀਂ ਸ਼ਰਮ ਦੀ ਗੱਲ ਆ ਕਿ ਅਸੀਂ ਉਹਦੇ ਬਾਰੇ ਗੱਲਬਾਤ ਨਹੀਂ ਕਰਦੇ ਅਸੀਂ ਘਰ ਵਿੱਚ ਕਰਦੇ ਆ ਪਰ ਅਸੀਂ ਬਾਹਰ ਅਸੀਂ ਲੁਕਾਉਂਦੇ ਕਿ ਉਹ ਕਾਲਿਆਂ ਦੇ ਘਰ ਨਹੀਂ ਜਾਣਾ ਬੱਚਿਆਂ ਨੂੰ ਤਾਂ ਕਹਿੰਦੇ ਆ ਜਾਂ ਬੱਚਿਆਂ ਨੂੰ ਡਰਾਉਂਦੇ ਕਿ ਕਾਲਾ ਆ ਜਾਊਗਾ ਸੌਂ ਜਾਓ ਤਾਂ ਕਹਿੰਦੇ ਆ ਜਾਂ ਇਹ ਅਸੀਂ ਫੇਅਰਨੈਸ ਕਰੀਮਸ ਯੂਜ਼ ਕਰਦੇ ਆ ਤੇ ਇਹ ਜਿਹੜਾ ਅਸੀਂ ਬਿਊਟੀ ਦੇ ਸਟੈਂਡਰਡਸ ਰੱਖਦੇ ਆ ਇਹ ਚੀਜ਼ਾਂ ਪ੍ਰੈਜ਼ੈਂਟ ਨੇ ਪਰ ਅਸੀਂ ਡਰਦੇ ਇਹਦੇ ਬਾਰੇ ਗੱਲਬਾਤ ਕਰਨ ਵਾਸਤੇ ਸੋ ਤੁਸੀਂ ਮੰਡੇ ਦਾ ਸ਼ੋਅ ਤਿਆਰ ਕਰ ਰਹੀ ਸੀ ਪਹਿਲਾਂ ਅਸੀਂ ਥੋੜਾ ਜਿਹਾ ਪੋਲਾਈਟਲੀ ਕਰ ਰਹੇ ਸੀ ਥੋੜਾ ਜਿਹਾ ਅਸੀਂ ਟਿਪਟੋ ਕਰ ਰਹੇ ਸੀ ਇਸ ਟੌਪਿਕ ਦੇ ਆਲੇ ਦੁਆਲੇ ਅਸੀਂ ਹੈਡ ਔਨ ਨਹੀਂ ਸੀ ਕਰ ਰਹੇ ਪਰ ਅਸੀਂ ਫੁਲਕਾਰੀ ਇਸ ਤਰ੍ਹਾਂ ਨਹੀਂ ਸ਼ੁਰੂ ਕੀਤਾ ਸੀ ਅਸੀਂ ਸ਼ੁਰੂ ਕੀਤਾ ਸੀ ਗੱਲਬਾਤ ਸਿੱਧਾ ਕਰਨ ਲਈ ਫਰੈਂਕਲੀ ਗੱਲ ਕਰਨ ਵਾਸਤੇ ਸੋ ਮੈਨੂੰ ਇੱਕ ਫਰਜ਼ ਲੱਗਿਆ ਸੀ ਕਿ ਜੇ ਸਾਡੀ ਕਮਿਊਨਿਟੀ ਵਿੱਚ ਇਦਾਂ ਦੀ ਰੇਸਿਸਟ ਮੈਂਟੈਲਿਟੀ ਹੈ ਕਿ ਕਿਵੇਂ ਅਸੀਂ ਸ਼ੁਰੂ ਕਰੀਏ ਗੱਲਬਾਤ ਕਰਨ ਲਈ ਤੇ ਕਿਵੇਂ ਅਸੀਂ ਉਹ ਜਿਹੜਾ ਅਸੀਂ ਆਪਣੇ ਆਪ ਤੇ ਜੱਜਮੈਂਟ ਆ ਉਹ ਅਸੀਂ ਤੋੜੀਏ ਸਾਨੂੰ ਪਤਾ ਵਾ ਸਾਨੂੰ ਕੰਮ ਕਰਨਾ ਪੈਣਾ ਆਪਣੇ ਸੋਚ ਤੇ ਰਾਈਟ ਸੋ ਲੈਟਸ ਨਾਟ ਬੀ ਜੱਜਮੈਂਟਲ ਅਬਾਊਟ ਇਟ ਐਂਡ ਅਸੀਂ ਉਸ ਪਾਸੇ ਬਸ ਉਹਨੂੰ ਹਾਈਲਾਈਟ ਕਰੀਏ ਤੇ ਫਿਰ ਅਸੀਂ ਦੇਖੀਏ ਅਸੀਂ ਕਿਵੇਂ ਉਹ ਆਈਡੀਆ ਸਾਡੇ ਦਿਮਾਗ ਵਿੱਚ ਜੋ ਸੈੱਟ ਹੋਈਆਂ ਨੇ ਉਹ ਕਿਵੇਂ ਅਸੀਂ ਡਿਸਮੈਂਟਲ ਕਰਨਾ ਸ਼ੁਰੂ ਕਰੀਏ ਉਹ ਕਨਵਰਸੇਸ਼ਨ ਨਾ ਹੋਣਾ ਉਹ ਗੱਲਬਾਤ ਨਾ ਹੋਣਾ ਐਂਡ ਮੈਂ ਬਹੁਤ ਅਪਰੀਸ਼ੀਏਟ ਕੀਤਾ ਕਿ ਤੁਸੀਂ ਕਈ ਐਗਜ਼ਾਮਪਲਸ ਦਿੱਤੇ ਆ ਜਿਵੇਂ ਵੀ ਤੁਸੀਂ ਕਿਹਾ ਮੈਂ ਵੀ ਸੁਣਿਆ ਹੋਇਆ ਛੋਟੇ ਹੁੰਦੇ ਐਂਡ ਸਾਡਾ ਜਨਰੇਸ਼ਨ ਇੱਥੇ ਬੋਰਨ ਹੈਗਾ ਆ ਆਪਾਂ ਐਜੂਕੇਟਡ ਹੈਗੇ ਆ ਪਰ ਫਿਰ ਵੀ ਇਹ ਸਟਲ ਰਿਮਾਰਕਸ ਹੁੰਦੇ ਰਹਿੰਦੇ ਆ ਆਪਾਂ ਸੋਚਦੇ ਆ ਮੈਂ ਆਨਲਾਈਨ ਵੀ ਪੜ੍ਹ ਰਹੀ ਸੀਗੀ ਕਈ ਵਾਰ ਤੁਸੀਂ ਨੇਬਰਹੁੱਡ ਦੇ ਵਿੱਚ ਜਾਂਦੇ ਆ ਜੋ ਲੋ ਇਨਕਮ ਨੇਬਰਹੁੱਡ ਹੈਗਾ ਆ ਤੁਸੀਂ ਜਦੇ ਆਦਾ ਡੋਰ ਲੌਕ ਕਰ ਦਿੰਦੇ ਆ ਜਾਂ ਸਾਨੂੰ ਹੈਗਾ ਆ ਜੇ ਕੋਈ ਕ੍ਰਾਈਮ ਹੁੰਦਾ ਕਿ ਕਾਲਿਆਂ ਨੇ ਕੀਤਾ ਜਾਂ ਜਿਵੇਂ ਤੁਸੀਂ ਕਿਹਾ ਕਾਲੇ ਤੁਹਾਡੇ ਫਰੈਂਡਸ ਨਹੀਂ ਹੋਣੇ ਚਾਹੀਦੇ ਇਹ ਇਨਫੋਰਮੇਸ਼ਨ ਆਪਾਂ ਨੂੰ ਕਿੱਥੋਂ ਮਿਲੀ ਆ ਰਾਈਟ ਆਪਾਂ ਕਈ ਵਾਰ ਲਾਈਫ ਦੇ ਵਿੱਚ ਕਈ ਕਮਿਊਨਿਟੀਜ਼ ਦੇ ਵਿੱਚ ਇੱਕ ਇਨਸੀਡੈਂਟ ਹੁੰਦਾ ਆ ਉਹ ਲੋਕ ਜਨਰਲਾਈਜ਼ ਕਰਕੇ ਸਾਰੇ ਗਰੁੱਪ ਦੇ ਉੱਤੇ ਉਹ ਸਟੈਂਪ ਲਾ ਦਿੰਦੇ ਆ ਕਿ ਉਹ ਬੈਡ ਹੈਗੇ ਆ ਮੈਂ ਇੱਥੇ ਕਹਿ ਸਕਦੀ ਹਾਂ ਪ੍ਰੋਫੈਸ਼ਨਲੀ ਮੈਂ ਬਲੈਕ ਕਮਿਊਨਿਟੀ ਦੇ ਨਾਲ ਕੰਮ ਕਰਦੀ ਹਾਂ ਬਲੈਕ ਡਾਕਟਰਸ ਨਾਲ ਕੰਮ ਕੀਤਾ ਹੋਇਆ ਨਰਸਿੰਗ ਪ੍ਰੋਫੈਸ਼ਨਲਸ ਨਾਲ ਕੰਮ ਕੀਤਾ ਹੋਇਆ growing up ਮੈਂ ਬਹੁਤ ਡਾਈਵਰਸ ਕਮਿਊਨਿਟੀ ਦੇ ਵਿੱਚ ਸਕੂਲ ਦੇ ਵਿੱਚ ਪੜ੍ਹੀ ਹੋਈ ਹਾਂ ਐਂਡ ਮੈਂ ਆਈ ਵੀ ਦੇਖ ਰਹੀ ਸੀ ਕਿ ਰੇਸਿਜ਼ਮ ਜਿਹੜੇ ਆਪਾਂ ਗੱਲਾਂ ਘਰੇ ਕਰ ਰਹੇ ਹਾਂ ਉਹ ਬੱਚਿਆਂ ਦੇ ਉੱਤੇ ਅਸਰ ਪੈਂਦਾ ਆ ਉਹ ਛੋਟੀ ਉਮਰ ਤੋਂ ਤੁਸੀਂ ਉਸ ਦੀਆਂ ਚੀਜ਼ਾਂ ਦੇਖ ਰਹੇ ਹੋ ਸੁਣ ਰਹੇ ਹੋ ਤੁਹਾਡਾ ਬਿਹੇਵੀਅਰ ਵੀ ਉਦਾਂ ਹੀ ਹੋਣ ਲੱਗ ਜਾਂਦਾ ਤੇ ਜੇ ਤੁਸੀਂ ਕਹਿ ਰਹੇ ਹੋ ਕਿ ਹਾਂ ਮੈਂ ਤਾਂ ਇੱਕ ਗੱਲ ਕਦੇ ਕਹੀ ਨਹੀਂ ਹੈਗੀ ਪਰ ਜੇ ਤੁਸੀਂ ਇਹ ਗੱਲ ਸੁਣੀ ਆ ਤੇ ਉਹਦੇ ਬਾਰੇ ਤੁਸੀਂ ਕੁਝ ਕਿਹਾ ਨਹੀਂ ਹੈਗਾ you're just as equally responsible ਕਿ ਕਮਿਊਨਿਟੀ ਸੋਚ ਕੀ ਹੈਗੀ ਐਂਡ ਆਈ ਥਿੰਕ ਦੈਟਸ ਦ ਪੁਆਇੰਟ ਲੋਕ ਰੀਅਲਾਈਜ਼ ਨਹੀਂ ਕਰਦੇ ਰਾਈਟ ਉਹ ਕਹਿੰਦੇ ਆ ਮੈਂ ਤਾਂ ਕਦੇ ਬੁਰਾ ਕੁਝ ਕਿਹਾ ਨਹੀਂ ਪਰ ਜੇ ਕੋਈ ਹੋਰ ਕੁਝ ਬੁਰਾ ਕਹਿ ਰਿਹਾ ਤੇ ਤੁਸੀਂ ਉਹਨਾਂ ਨੂੰ ਰੋਕ ਨਹੀਂ ਰਹੇ ਛੋਟੀ ਰਿਸਪੌਂਸਿਬਿਲਿਟੀ ਜਾਂ ਤੁਸੀਂ ਕਹਿੰਦੇ ਆ ਬਟ ਫਿਰ ਤੁਸੀਂ ਕਹਿੰਦੇ ਨਹੀਂ ਮੈਂ ਤਾਂ ਜੋਕ ਕਰ ਰਹੀ ਸੀ ਇਹ ਤਾਂ ਮਜ਼ਾਕ ਸੀ ਸੋ ਆਈ ਥਿੰਕ ਇਹ ਵੀ ਇੰਪੋਰਟੈਂਟ ਆ ਕਿ ਅਸੀਂ ਐਕਨੋਲੇਜ ਕਰਦੇ ਆ ਕਿ ਜੇ ਸਮਝੋ ਕਿਸੇ ਨੇ ਕਾਲੇ ਬਾਰੇ ਕੁਝ ਕਿਹਾ ਤੇ ਫਿਰ ਕਿਸੇ ਨੇ ਕਿਹਾ ਉਹ ਇਦਾਂ ਨਹੀਂ ਕਰਨਾ ਚਾਹੀਦਾ ਨਹੀਂ ਮੈਂ ਤਾਂ ਜੋਕ ਕਰਦੀ ਆ ਸੋ ਆਈ ਥਿੰਕ ਇਹ ਵੀ ਇੱਕ ਸਾਡੀ ਕਮਿਊਨਿਟੀ 'ਚ ਸੋਚ ਹੈਗੀ ਆ ਕਿ ਜੇ ਅਸੀਂ ਕੋਈ ਟੌਪਿਕ ਬਾਰੇ ਜੋਕ ਕਰਦੇ ਆ ਉਹ ਠੀਕ ਹੋ ਜਾਂਦਾ ਆ ਮੈਂ ਰੀਅਲੀ ਰੇਸਿਸਟ ਨਹੀਂ ਆ ਮੈਂ ਤਾਂ ਉਦਾਂ ਹੀ ਕਹਿ ਰਹੀ ਸੀ ਐਂਡ ਇਹ ਵੀ ਬਹੁਤ ਵੱਡੀ ਗਲਤੀ ਹੈਗੀ ਆ ਜਦੋਂ ਇਹ ਸਾਰੀ ਮੂਵਮੈਂਟ ਸ਼ੁਰੂ ਹੋਈ ਸੀ ਮਿਨੇਸੋਟਾ ਦੇ ਵਿੱਚ ਜਾਰਜ ਫਲੋਇਡ ਤੇ ਜਿਹੜਾ ਮਰਡਰ ਉਹਦੇ ਕਰਕੇ ਸ਼ੁਰੂ ਤਾਂ ਹੋ ਗਈ ਸੀ ਇਹ ਕਾਫੀ ਸਾਲ ਪਹਿਲਾਂ ਪਰ ਉਹਦੇ ਨਾਲ ਉਹ ਐਲੀਵੇਟ ਹੋ ਗਈ ਸੀ ਸੋ ਇਸ ਦੇ ਵਿੱਚ ਇੱਕ ਬੰਦਾ ਸੀ ਜਿਹਨੇ ਆਪਣਾ ਨੀ ਜਾਰਜ ਫਲੋਇਡ ਦੇ ਨੈਕ ਦੇ ਉੱਪਰ ਰੱਖਿਆ ਸੀ ਪਰ ਤਿੰਨ ਕੋਲ ਖੜੇ ਗਏ ਤੇ ਕੁਛ ਕਿਹਾ ਨਹੀਂ ਸੋ ਹੁਣ ਉਹ ਤਿੰਨੇ ਉਹਨੇ ਗੁਨਾਹਗਾਰ ਨਹੀਂ ਹੈਗੇ ਕਿ ਉਹ ਕੁਛ ਕਿਹਾ ਨਹੀਂ ਉਹਨਾਂ ਨੇ ਕੁਛ ਕੀਤਾ ਨਹੀਂ ਆ ਸੋ ਇਹੀ ਗੱਲ ਆ ਕਿ ਅਸੀਂ ਜੇ ਖੜੇ ਰਹੇ
ਪਰ ਅਸੀਂ ਉਹਨੇ ਗੁਨਾਹਗਾਰ ਨੇ ਇਹ ਰੇਸਿਜ਼ਮ ਨੂੰ ਪ੍ਰਮੋਟ ਕਰਨ ਵਾਸਤੇ ਇਹਨੂੰ ਨਾ ਰੋਕਣ ਵਾਸਤੇ ਫੈਲੇ ਜਾਵੇ ਰੇਸਿਜ਼ਮ ਜੇ ਆਪਾਂ ਖੜੇ ਜਾਵੇ ਸੋ ਇਹੀ ਹੈ ਬਲੈਕ ਲਾਈਵਸ ਮੈਟਰ ਦੀ ਮੂਵਮੈਂਟ ਕਿ ਅਸੀਂ ਕਹਿ ਰਹੇ ਹਾਂ ਕਿ ਅਸੀਂ ਰੈਕਗਨਾਈਜ਼ ਕਰ ਰਹੇ ਹਾਂ ਕਿ ਇਸ ਸੋਸਾਇਟੀ ਵਿੱਚ ਐਗਜ਼ਿਸਟ ਕੀਤਾ ਕਿੰਨੇ ਸਾਲਾਂ ਵਾਸਤੇ ਸਾਨੂੰ ਪਤਾ ਵੀ ਆ ਤੇ ਕੋਈ ਇਹ ਜਿਹੜਾ ਹੁਣ ਇਨਫੋਰਮੇਸ਼ਨ ਸਾਨੂੰ ਮਿਲ ਰਹੀ ਆ ਇਹ ਸਾਨੂੰ ਪਹਿਲਾਂ ਵੀ ਮਿਲ ਰਹੀ ਸੀ ਸਾਨੂੰ ਪਤਾ ਸੀ ਕਿ ਰੇਸ਼ਲਾਈਜ਼ ਕਮਿਊਨਿਟੀਜ਼ ਹਮੇਸ਼ਾ ਥੱਲੇ ਲਾ ਰਹੇ ਆ ਸਾਨੂੰ ਪਤਾ ਵਾ ਕਿ ਰੇਸ਼ਲਾਈਜ਼ ਕਮਿਊਨਿਟੀਜ਼ ਵਿੱਚ ਹਮੇਸ਼ਾ ਸਕੂਲਿੰਗ ਸਭ ਤੋਂ ਡਿਫੰਡਡ ਹੁੰਦੀ ਆ ਸਾਨੂੰ ਪਤਾ ਹੈਲਥ ਕੇਅਰ ਸਿਸਟਮ ਇਨ ਰੇਸ਼ਲਾਈਜ਼ ਕਮਿਊਨਿਟੀਜ਼ ਇਜ਼ ਵਨ ਆਫ ਦ ਮੋਸਟ ਪੂਅਰਲੀ ਫੰਡਡ ਸਾਨੂੰ ਇਹ ਚੀਜ਼ਾਂ ਪਤਾ ਵਾ ਬਹੁਤ ਸਾਲਾਂ ਤੋਂ ਪਤਾ ਵਾ ਬਟ ਇਸ ਬਲੈਕ ਲਾਈਵਸ ਮੈਟਰ ਦੇ ਮੂਵਮੈਂਟ ਦੇ ਨਾਲ ਅਸੀਂ ਹੁਣ ਫਾਈਨਲੀ ਆਪਣੇ ਹੱਥਾਂ 'ਚ ਲੈ ਰਹੇ ਆ ਇੱਕ ਐਕਟਿਵਿਜ਼ਮ ਜੋ ਸਾਡੀ ਸਿੱਖੀ ਵਿੱਚ ਰਚੀ ਹੋਈ ਆ ਅਸੀਂ ਸਾਡੀ ਜਿਹੜੀ ਜੇ ਅਸੀਂ ਆਪਣੀ ਸਿੱਖੀ ਬਾਰੇ ਗੱਲਬਾਤ ਕਰੀਏ ਇਹ ਮਹੀਨਾ ਜੂਨ ਦਾ ਮਹੀਨਾ ਸਾਡੇ ਸਿੱਖਾਂ ਵਾਸਤੇ 1984 ਵਿੱਚ ਸਾਨੂੰ ਅਜੇ ਤੱਕ ਸਾਨੂੰ ਇਨਸਾਫੀ ਨਹੀਂ ਮਿਲੀ ਸੋ ਸੇਮ ਵੇ ਅਸੀਂ 30 ਸਾਲ ਦੀ ਗੱਲ ਕਰ ਰਹੇ ਹਾਂ ਅਸੀਂ ਫਾਈਨ ਸਿੱਖਾਂ ਵਾਸਤੇ 100 ਸਾਲ ਕਿੰਨੇ ਸਾਲ ਹੋਰ ਸਾਡੇ ਕੋਲ ਇਨਸਾਫੀ ਨਹੀਂ ਮਿਲਦੀ ਕਾਫੀ ਚੀਜ਼ਾਂ ਵਾਸਤੇ ਬਟ ਇਸ ਕਮਿਊਨਿਟੀ ਵਾਸਤੇ ਕਿੰਨੇ ਹੋਰ 100 ਸਾਲ ਹੋ ਗਏ ਕਿ ਇਹਨਾਂ ਨੂੰ ਬਿਲਕੁਲ ਇਨਸਾਫੀ ਅੱਜ ਤੱਕ ਨਹੀਂ ਇਨਸਾਫੀ ਮਿਲੀ ਕੁਛ ਚੀਜ਼ ਵਾਸਤੇ ਸੋ ਅਸੀਂ ਜੇ ਸਾਨੂੰ ਪਤਾ ਵਾ ਸਾਨੂੰ ਇਹ ਐਮਪੈਥੀ ਬਣ ਸਕਦੀ ਹੈ ਕਿ ਸਾਨੂੰ ਪਤਾ ਇਨਸਾਫੀ ਕੀ ਨਹੀਂ ਹੁੰਦੀ ਸਾਨੂੰ ਇਨਸਾਫੀ ਨਹੀਂ ਮਿਲਦੀ ਫਿਰ ਸੇਮ ਥਿੰਗ ਵਿਦ them we should understand ਕਿ ਇਹਨਾਂ ਨੂੰ ਕੋਈ ਇਨਸਾਫੀ ਨਹੀਂ ਮਿਲ ਰਹੀ ਇਨ ਚੀਜ਼ ਵਾਸਤੇ ਸੋ we need to step up as Sikhs And ਜਿੱਦਾਂ ਤੁਸੀਂ ਕਹਿ ਰਹੇ ਕਿ ਜਿਹੜਾ Black Lives Matter ਦਾ slogan ਆ especially now social media ਤੇ ਇੱਕ debate ਚੱਲ ਰਹੀ ਆ it's a very controversial topic because ਜੇ ਕੋਈ post ਪਾਉਂਦਾ ਆ Black Lives Matter ਦੂਸਰੇ ਲੋਕ ਕਹਿੰਦੇ ਆ all lives matter ਹਨਾ so I think ਇਹ ਵੀ ਇੱਕ ਬਹੁਤ ਵੱਡੀ ਗਲਤਫਹਿਮੀ ਆ because ਅਸੀਂ ਇੱਕ issue ਤੇ focus ਕਰ ਰਹੇ ਆ ਇਹਦਾ ਇਹ ਮਤਲਬ ਨਹੀਂ ਕਿ ਅਸੀਂ ਕਹਿੰਦੇ ਕਿ ਦੂਸਰੇ ਲੋਕਾਂ ਦੀ life matter ਨਹੀਂ ਕਰਦੀ ਅਸੀਂ ਇਹ ਕਹਿ ਰਹੇ ਹਾਂ ਕਿ ਜਿਹੜੀ ਬਲੈਕ ਕਮਿਊਨਿਟੀ ਆ ਇਸ ਵੇਲੇ ਉਹਨਾਂ ਦੀ ਲਾਈਵਸ ਦੇ ਆਰ ਇਨ ਡੇਂਜਰ ਉਹਨਾਂ ਦੇ ਮਰਡਰ ਹੋ ਰਹੇ ਆ ਜਿੱਦਾਂ ਤੁਸੀਂ ਐਗਜ਼ਾਮਪਲਸ ਦੇ ਰਹੇ ਸੀਗੇ with healthcare education finances ਉਹਨੂੰ ਅਸੀਂ ਇੰਗਲਿਸ਼ ਦੇ ਵਿੱਚ ਕਹਿੰਦੇ ਆ systemic racism ਕਿ ਪੂਰੇ ਸਿਸਟਮ ਦੇ ਵਿੱਚ ਉਹਨਾਂ ਨੂੰ ਦਬਾ ਕੇ ਰੱਖਿਆ ਆ So I think ਇਹ ਵੀ ਜ਼ਰੂਰੀ ਆ ਕਿ ਜਦ ਅਸੀਂ ਕਹਿੰਦੇ ਆ ਕਿ Black Lives Matter ਅਸੀਂ ਇਹ ਨਹੀਂ ਕਹਿ ਰਹੇ ਕਿ ਦੂਸਰੀ ਲਾਈਵਸ ਨਹੀਂ ਮੈਟਰ ਕਰਦੀਆਂ ਸੋ ਜੇ ਅਸੀਂ ਇੱਕ ਹੋਰ ਐਗਜ਼ਾਮਪਲ ਦਈਏ ਜੇ ਅਸੀਂ ਕੈਂਸਰ ਬਾਰੇ ਸੋਚੀਏ ਜੇ ਕਿਸੇ ਨੇ ਪੋਸਟ ਪਾਈ ਆ ਬ੍ਰੈਸਟ ਕੈਂਸਰ ਬਾਰੇ ਕੋਈ ਇਹ ਨਹੀਂ ਕਹਿੰਦਾ ਕਿ ਤੁਸੀਂ ਕੋਲਨ ਕੈਂਸਰ ਬਾਰੇ ਨਹੀਂ ਗੱਲ ਕਰ ਰਹੇ ਸਟਮਕ ਕੈਂਸਰ ਬਾਰੇ ਨਹੀਂ ਗੱਲ ਕਰ ਰਹੇ ਇਹਦਾ ਇਹ ਮਤਲਬ ਨਹੀਂ ਕਿ ਦੂਸਰੇ ਜਿਹੜੇ ਕੈਂਸਰ ਆ ਉਹ ਇੰਨੇ ਰੈਲੇਵੈਂਟ ਨਹੀਂ ਆ ਪਰ ਇਸ ਵੇਲੇ ਉਹਨਾਂ ਦੀ ਜਿਹੜੀ ਕਮਿਊਨਿਟੀ ਆ they are dealing with a lot ਤਾਂ ਹੀ ਅਸੀਂ ਕਹਿ ਰਹੇ ਹਾਂ Black Lives Matter. Well said. Yeah, really well said. And I think, ਹਰਜੋਤ ਜਿਵੇਂ ਤੁਸੀਂ ਕਹਿ ਰਹੇ ਹੋ ਜਿਹੜੀ ਇਨਸਾਫੀ ਉਹਨਾਂ ਨਾਲ ਹੋ ਰਹੀ ਆ ਕਾਫੀ ਚਿਰ ਤੋਂ ਹੋ ਰਹੀ ਆ ਸੋ ਆਪਾਂ ਕਈ ਵਾਰ ਆਏ ਸੋਚਦੇ ਆ ਕਿ ਇਹ ਚੀਜ਼ਾਂ ਆਪਾਂ ਹੁਣ ਦੇਖ ਰਹੇ ਆ because of social media ਆਪਣੇ ਲੋਕ socially maybe more involved ਹੈਗੇ ਆ ਉਹ ਚੀਜ਼ capture ਹੋ ਰਹੀ ਆ because I know ਇੱਥੇ Ontario ਦੇ ਵਿੱਚ ਗੱਲਬਾਤ ਹੋ ਰਹੀ ਆ ਕਿ police officers ਨੂੰ body camera ਪਾਉਣਾ ਚਾਹੀਦਾ ਆ right because ਕਈ ਵਾਰ ਉਹ interaction ਦੇ ਵਿੱਚ ਸਾਨੂੰ ਪਤਾ ਨਹੀਂ ਹੈਗਾ ਕਿ ਕੀ ਹੋ ਰਿਹਾ ਪਰ ਇਹ ਚੀਜ਼ਾਂ ਦੇਖ ਕੇ I think ਜਿਵੇਂ ਆਪਾਂ social media use ਕਰ ਸਕਦੇ ਆ ਦੁਨੀਆ ਕਿਵੇਂ ਇਕੱਠੀ ਹੋਈ ਆ it's such a proud moment ਕਿ ਲੋਕ ਤਰ੍ਹਾਂ places worldwide ਇਕੱਠੇ ਹੋ ਕੇ ਮੂਵਮੈਂਟ ਨੂੰ ਜੁਆਇਨ ਕਰ ਰਿਹਾ ਆਪਣੀ ਕਮਿਊਨਿਟੀਜ਼ ਦੇ ਵਿੱਚ ਵੀ ਗੱਲਬਾਤ ਕਰ ਰਿਹਾ ਹੁਣ ਆਪਾਂ ਆਪਣੀ ਪੰਜਾਬੀ ਸਿੱਖ ਕਮਿਊਨਿਟੀ ਦੀ ਗੱਲ ਕਰ ਰਹੇ ਹਾਂ ਈਵਨ ਆਨਲਾਈਨ ਲਾਈਕ ਇੱਕ ਟੈਮਿਲ ਮੈਂਟਲ ਹੈਲਥ ਆਰਗੇਨਾਈਜੇਸ਼ਨ ਹੈਗੀ ਆ ਉਹਨਾਂ ਨੇ ਆਪ ਦੇ ਵਿੱਚ ਵੀ ਟੈਮਿਲ ਕਮਿਊਨਿਟੀ ਦੇ ਵਿੱਚ ਵੀ ਕਲਰਿਜ਼ਮ ਬਾਰੇ ਗੱਲ ਕਰ ਰਿਹਾ ਬਿਕਾਜ਼ ਉਹਨਾਂ ਦੇ ਆਪ ਦੇ ਕਮਿਊਨਿਟੀ ਦੇ ਵਿੱਚ ਵੀ ਜੱਜਮੈਂਟ ਹੁੰਦੀ ਆ ਰਾਈਟ ਜਿਵੇਂ ਤੁਸੀਂ ਕਿਹਾ ਸੀ ਆਪਾਂ ਫੇਅਰਨੈਸ ਕਰੀਮ ਯੂਜ਼ ਕਰਦੇ ਆ ਜਿਹੜੇ ਲੋਕ ਲਾਈਟਰ ਹੈਗੇ ਆ ਉਹ ਸਾਰੇ ਉਹਨਾਂ ਦੀ ਉਹ ਕੋਸ਼ਿਸ਼ ਹੈਗੀ ਆ ਐਂਡ ਮੈਂ ਈਵਨ ਆਪਦੇ ਫੈਮਿਲੀ ਦੇ ਵਿੱਚ ਦੇਖਿਆ ਹੋਇਆ ਰਾਈਟ ਬੱਚਿਆਂ ਦੇ ਉੱਤੇ ਆਪਾਂ ਕਮੈਂਟ ਦੇਣੇ ਕਿ ਹਾਂ ਤੇਰਾ ਰੰਗ ਤਾਂ ਲਾਈਕ ਗੋਰਾ ਹੈਗਾ ਆ ਇਹਦਾ ਰੰਗ ਕਿਉਂ ਕਾਲਾ ਹੈਗਾ ਆ ਐਂਡ ਛੋਟੀ ਏਜ ਤੋਂ ਉਹ ਚੀਜ਼ ਇੰਟਰਨਲਾਈਜ਼ ਹੁੰਦੀ ਆ ਐਂਡ ਇਟ ਹੈਜ਼ ਡੈਵਸਟੇਟਿੰਗ ਇੰਪੈਕਟ ਤੁਹਾਡੇ ਮਾਨਸਿਕ ਸਿਹਤ ਦੇ ਉੱਤੇ ਤੁਹਾਡੇ ਮੈਂਟਲ ਹੈਲਥ ਦੇ ਉੱਤੇ ਸੋ ਉਸ ਬਾਰੇ ਤੁਹਾਡਾ ਕਿਵੇਂ ਐਕਸਪੀਰੀਅੰਸ ਰਿਹਾ ਜਾਂ ਤੁਹਾਡੇ ਕੀ ਕਮੈਂਟਸ ਹੈਗੇ ਆ ਇਹ ਤੁਸੀਂ ਬਿਲਕੁਲ ਇਹ ਸਹੀ ਗੱਲ ਕਹੀ ਹੋਈ ਆ ਕਿ ਜਿਹੜੀਆਂ ਚੀਜ਼ਾਂ ਨੇ ਹਨਾ ਇਹ ਸਿੱਖੀਆਂ ਹੋਈਆਂ ਵਾ ਬਟ ਆਲਸੋ ਅਸੀਂ ਇਹ ਵੀ ਰੈਕਗਨਾਈਜ਼ ਕਰੀਏ ਕਿ ਇਹ ਇੱਕ ਕੋਲੋਨਾਈਜ਼ਰ ਦੀ ਇੱਕ
ਇੱਕ ਅਪਰੋਚ ਸੀ ਸਾਡੀ ਕਮਿਊਨਿਟੀਜ਼ ਨੂੰ ਕੰਟਰੋਲ ਕਰਨ ਵਾਸਤੇ ਯੂ نو ਗੋਰੇ ਆਏ ਸੀ ਗੋਰਿਆਂ ਦੇ ਰਾਜ ਕਰਕੇ ਬ੍ਰਿਟਿਸ਼ ਰਾਜ ਕਰਕੇ ਸਾਡੇ ਦਿਮਾਗ 'ਚ ਪੈ ਕੇ ਗੋਰਾ ਸੋਣਾ ਗੋਰਾ ਕੰਟਰੋਲ ਗੋਰਾ ਗਵਰਨਮੈਂਟ ਗੋਰਾ ਇਹ ਹੈ ਨਾ ਤਾਂ ਤਾਂ ਕਰਕੇ ਫਿਰ ਆਪਣੇ ਆਪ ਨੂੰ ਥੱਲੇ ਲਾ ਕੇ ਇਹ ਜਿਹੜੀ ਹਾਇਰਕੀ ਸਿਸਟਮ ਜੋ ਸਾਡੇ ਆਲਰੇਡੀ ਸਾਡੀ ਕਮਿਊਨਿਟੀ ਵਿੱਚ ਬਹੁਤ ਡੀਪਲੀ ਰੂਟਡ ਹੈਗੀ ਹੈ ਇੰਡੀਆ ਦੇ ਵਿੱਚ ਜੋ ਸਾਡੀ ਸੋਸਾਇਟੀ ਦੇ ਵਿੱਚ ਸਾਊਥ ਏਸ਼ੀਅਨ ਸੋਸਾਇਟੀ ਵਿੱਚ ਉਹ ਹੋਰ ਹੋ ਗਈ ਤੇ ਜਦੋਂ ਅਸੀਂ ਆਗੇ ਸੀ ਇੱਥੇ ਕੈਨੇਡਾ ਵਿੱਚ ਜਾਂ ਅਸੀਂ ਆਗੇ ਸੀ ਅਮਰੀਕਾ ਵਿੱਚ ਉਹ ਜਿਹੜਾ ਸਾਡੇ ਮੈਂਟੈਲਿਟੀ 'ਚ ਆ ਗਿਆ ਸੀ ਕਿ ਅਸੀਂ ਨਾ ਅਸੀਂ ਵਧੀਆ ਹੋਈਏ ਅਸੀਂ ਗੋਰਿਆਂ ਵਾਂਗੂ ਹੋਈਏ ਤੇ ਉਹ ਜਿਹੜਾ ਹੈਗਾ ਸੀ ਆਪਣੇ ਦਿਮਾਗ ਵਿੱਚ ਅਸੀਂ ਆਲਰੇਡੀ ਇੰਟਰਨਲਾਈਜ਼ ਕਰ ਰਹੇ ਹਾਂ ਸਾਡਾ ਰੇਸਿਜ਼ਮ ਸੋ ਜਿਹੜੇ ਸਿਸਟਮਸ ਅਸੀਂ ਬਾਰੇ ਗੱਲਬਾਤ ਕਰ ਰਹੇ ਹਾਂ ਜਿਹੜੇ ਅਸੀਂ ਗੱਲਬਾਤ ਕੀਤੀ ਹੋਈ ਹੈ ਕਿ ਜਿਹੜੇ ਸਿਸਟਮਸ ਆਲਰੇਡੀ ਨੇ ਉਹ racialized already ਨੇ built on racism ਕਿ ਅਸੀਂ ਹੁਣ ਗੱਲਬਾਤ ਕਰ ਰਹੇ ਹਾਂ ਕਿ ਜਿਹੜੀ ਸਿਸਟਮ ਜਿਹਦੇ ਉੱਪਰ ਸਾਡੀ ਪੂਰੀ ਸੋਸਾਇਟੀ ਚੱਲ ਰਹੀ ਆ ਅਸੀਂ ਉਹਦੇ ਬਾਰੇ ਗੱਲਬਾਤ ਕਰ ਕਿਵੇਂ ਅਸੀਂ ਇੰਨੇ ਫਾਊਂਡੇਸ਼ਨਲ ਸਿਸਟਮਸ ਕਿਵੇਂ ਚੇਂਜ ਕਰ ਸਕਦੇ ਇਹ ਇੱਕ ਈਜ਼ੀ ਗੱਲ ਨਹੀਂ ਹੈ ਗੱਲਬਾਤ ਕਰਨ ਵਾਸਤੇ ਆਈ ਥਿੰਕ ਦੈਟ ਇਜ਼ ਵਾਈ ਬਹੁਤ ਸਾਰੇ ਲੋਕ ਡਰਦੇ ਆ ਗੱਲਬਾਤ ਕਰਨ ਵਾਸਤੇ ਕਿਉਂਕਿ ਜੋ ਉਹਨਾਂ ਨੂੰ ਸਾਰਾ ਕੁਝ ਪਤਾ ਵਾ what they know as being their life that is being challenged and so ਇੱਕ ਇਹ ਆ ਕਿ ਅਸੀਂ ਨਾ ਕੁਝ ਕਰੀਏ ਜੇ ਕੁਝ ਮੁਸ਼ਕਿਲ ਹੈਗਾ should we not make a change in our lives even if it's hard that's when we know we should make the change if it's a hard change ਉਹ ਸਾਨੂੰ ਉਹਦਾ ਹੀ ਪਤਾ ਵਾ ਕਿ ਉਹ ਕੁਝ ਠੀਕ ਹੋ ਸਕਦਾ the best thing about this movement is ਇਹ ਗੱਲਾਂ ਬਾਤਾਂ ਹੋ ਰਹੀਆਂ ਨੇ ਜੇ ਆਪਾਂ ਸਾਨੂੰ ਲੱਗਦਾ ਵਾ ਕਦੀ ਅਸੀਂ ਕੁਝ ਦੇਖਦੇ ਖਬਰਾਂ ਦੇ ਉੱਪਰ ਸਾਡੇ ਮਾਨਸਿਕ ਸਿਹਤ ਤੇ ਕਿੰਨਾ ਉਹ ਇੰਪੈਕਟ ਹੋ ਸਕਦਾ ਸਾਨੂੰ ਅਸੀਂ ਇੱਕ ਪਾਵਰਲੈਸਨੈਸ ਫੀਲ ਕਰਦੇ ਹੁੰਦੇ ਆ but in this movement both different ways ਨੇ ਕਿ ਅਸੀਂ ਕਿਵੇਂ ਇਨਵੋਲਵ ਹੋ ਸਕਦੇ ਹਾਂ ਤੇ ਕਿਵੇਂ ਅਸੀਂ ਆਪਣਾ ਇੰਪੈਕਟ ਕਰ ਸਕਦੇ ਹਾਂ ਜੇ ਕਿਸੇ ਨੂੰ ਲੱਗਦਾ ਵਾ ਕਿ ਮੈਂ ਕੀ ਇੰਪੈਕਟ ਕਰ ਸਕਦਾ ਮੇਰੇ ਕੋਲ ਪੈਸੇ ਨਹੀਂ ਹੈਗੇ ਓਕੇ ਦੈਟਸ ਫਾਈਨ ਤੁਸੀਂ ਗੱਲਬਾਤ ਕਰੋ ਆਪਣੇ ਘਰ ਦੇ ਵਿੱਚ ਜੇ ਤੁਸੀਂ ਸੁਣਿਆ ਵਾ ਕਿਸੇ ਨੂੰ ਕੋਈ ਰੇਸਿਸਟ ਕਮੈਂਟ ਪਾਉਂਦਾ ਤੁਸੀਂ ਮੇਬੀ ਲਾਸਟ ਟਾਈਮ ਤੁਸੀਂ ਸੁਣੋਗੇ ਤੁਸੀਂ ਕਹਿੰਦੇ ਕੋਈ ਗੱਲ ਨਹੀਂ ਰਹਿਣ ਦਿਓ ਇਸ ਤਰ੍ਹਾਂ ਦਾ ਬੰਦਾ ਵਾ ਉਹਨੇ ਤਾਂ ਗੱਲਾਂ ਕਰਨੀਆਂ this is the time say no you know what ਇਹ ਸਹੀ ਨਹੀਂ ਆ ਤੁਸੀਂ ਗਲਤ ਕਿਹਾ ਵਾ ਇਹ ਰੇਸਿਸਟ ਗੱਲ ਹੈ ਇਸ ਮੂਵਮੈਂਟ ਵਿੱਚ ਸਾਨੂੰ ਇੱਕ empowerment ਮਿਲੀ ਆ ਇੱਕ ਸਾਨੂੰ ਟੂਲਸ ਮਿਲੇ ਨੇ ਇੰਨੇ ਰਿਸੋਰਸਸ ਅੱਗੇ ਆ ਗਏ ਨੇ with the power of social media ਤਾਂ ਅਸੀਂ ਸਾਨੂੰ ਫਾਈਨਲੀ ਇੱਕ ਐਕਸ਼ਨ ਪਲਾਨ ਮਿਲ ਗਿਆ ਕਿ ਕੀ ਅਸੀਂ ਕਰ ਸਕਦੇ even in small steps donations activations talking to people protesting is weekend peaceful protests are happening all around the world it is incredible to know that this is in history the largest civil rights movement happening right now ਅਸੀਂ ਹਿਸਟਰੀ ਕਿਤਾਬਾਂ ਵਿੱਚ ਆਵਾਂਗੇ ਤਾਂ ਹੁਣ ਅਸੀਂ ਇਹ ਜਿਹੜੇ ਕਿਤਾਬਾਂ ਸਾਡੇ ਬੱਚੇ ਪੜ੍ਹੋਗੇ ਇੱਕ ਦਿਨ ਅਸੀਂ ਕਿਸ ਪਾਸੇ ਉਸ ਕਿਤਾਬਾਂ 'ਚ ਹੋਗੇ ਕਿ ਕੀ ਐਂਡ ਦੇ ਵਿੱਚ ਕੀ ਖੋਇਆ ਜਾਊਗਾ ਇਸ ਟਾਈਮ ਦੇ ਵਿੱਚ I think ਇਹ ਜਿਹੜੀ ਸਾਨੂੰ ਇੰਪੋਰਟੈਂਸ ਹੈਗੀ ਆ this is something we have to really understand ਕਿ ਇਹ ਜਿਹੜੀ ਮੂਵਮੈਂਟ ਦੀ ਇੰਪੋਰਟੈਂਸ ਕਿੰਨੀ ਵੱਡੀ ਆ yeah and I think ਜਿਹੜਾ ਤੁਸੀਂ ਗੱਲਬਾਤ ਬਾਰੇ ਕਹਿ ਰਹੇ ਸੀ ਆਪਾਂ ਕਈ ਵਾਰ ਸੋਚਦੇ ਆ ਕਿ ਆਪਾਂ ਜੇ ਕਿਸੇ ਨੂੰ ਗੱਲ ਕਹਿੰਦੇ ਆ ਤੇ ਉਹਨਾਂ ਦਾ ਮਾਈਂਡ ਅਸੀਂ ਨਹੀਂ ਬਦਲਿਆ ਤੇ ਗੱਲ ਦਾ ਕੋਈ ਫਾਇਦਾ ਨਹੀਂ ਹੋਇਆ ਐਂਡ ਆਈ ਥਿੰਕ ਇਹ ਆਪਾਂ ਨੂੰ ਸੋਚਣਾ ਚਾਹੀਦਾ ਜਿਵੇਂ ਵੀ ਤੁਸੀਂ ਕਿਹਾ ਜਿਹੜਾ ਇਹ ਫਾਊਂਡੇਸ਼ਨ ਸਿਸਟਮ ਦੇ ਵਿੱਚ ਬਿਲਡ ਹੋਇਆ ਇਹਨੂੰ ਬਹੁਤ ਟਾਈਮ ਲੱਗ ਜਾਂਦਾ ਚੇਂਜ ਹੋਣ ਲਈ ਪਰ ਸਾਨੂੰ ਸਟੈਪ ਲੈਣੇ ਚਾਹੀਦੇ ਆ ਆਪਾਂ ਸ਼ਾਇਦ ਕਿਸੇ ਦਾ ਮਨ ਨਹੀਂ ਬਦਲ ਸਕਦੇ ਪਰ ਆਪਾਂ ਕਨਵਰਸੇਸ਼ਨ ਦੇ ਵਿੱਚ ਸ਼ਾਇਦ ਉਹ ਨੈਕਸਟ ਟਾਈਮ ਥੋੜਾ ਜਿਹਾ ਪਾਜ਼ ਕਰਨਗੇ ਜਾਂ ਹੈਜ਼ਿਟੇਟ ਕਰਨਗੇ and you know different strategies ਹੁੰਦੀਆਂ ਕਈ ਵਾਰ ਆਪਾਂ you know ਜਿਵੇਂ ਸਾਰੇ ਇਕੱਠੇ ਬੈਠੇ ਹੁੰਦੇ ਆ ਗਰੁੱਪ ਦੇ ਵਿੱਚ ਆਪਾਂ ਨੂੰ ਕਹਿਣਾ ਔਖਾ ਲੱਗਦਾ ਆਪਾਂ ਕਈ ਵਾਰ ਸੋਚਦੇ ਆ ਓਕੇ ਮੈਂ ਹੁਣ ਨਹੀਂ ਕਿਹਾ ਮੈਂ ਛੱਡ ਦੇਣਾ ਤੁਸੀਂ ਬਾਅਦ ਚੋਂ ਪਰਸਨ ਨਾਲ ਇਕੱਲੇ ਵੀ ਗੱਲ ਕਰ ਸਕਦੇ ਹੋ ਉਹਨਾਂ ਨੂੰ ਮੈਸੇਜ ਭੇਜ ਸਕਦੇ ਹੋ at least ਸਾਨੂੰ ਐਫਰਟ ਬਣਾਉਣਾ ਚਾਹੀਦਾ different ਤਰੀਕਿਆਂ ਦੇ ਨਾਲ because ਜਿਵੇਂ ਤੁਸੀਂ ਕਿਹਾ ਇਹ ਜਿਹੜੀ ਫਾਈਟ ਹੈਗੀ ਆ ਇੱਕ ਪਰਸਨ ਨਾਲ ਨਹੀਂ ਹੋਣੀ it's a community fight ਹੁਣ even ਜਿਵੇਂ ਜਾਸਮੀਨ ਨੇ ਅੱਜ ਦਾ ਪ੍ਰੋਗਰਾਮ ਸ਼ੁਰੂ ਕੀਤਾ ਇਹਦੇ ਬਾਰੇ ਆਪਾਂ ਕਿਉਂ ਗੱਲ ਕਰ ਰਹੇ ਹਾਂ ਬਿਕਾਜ਼ ਆਪਾਂ ਵੀ ਇਸ ਚੀਜ਼ ਨੂੰ ਕੰਟਰੀਬਿਊਟ ਕਰਦੇ ਹਾਂ ਅਸੀਂ ਤਿੰਨੋਂ ਜਾਣਿਆਂ ਨੇ ਆਪਣੇ ਲਾਈਫ ਦੇ ਵਿੱਚ ਇਹ ਦੇਖਿਆ ਹੋਇਆ and that is not just a coincidence so ਇਸ ਦੇ ਨਾਲ you know ਸੈਕਿੰਡ ਲੈ ਕੇ ਪਾਜ਼ ਲੈ ਕੇ ਤੁਸੀਂ ਆਪ ਦੀ ਸੋਚ ਬਾਰੇ ਪਹਿਲਾਂ ਸੋਚੋ ਕਿ ਤੁਹਾਡੇ ਕੀ ਖਿਆਲ ਹੈਗੇ ਆ ਤੁਸੀਂ ਇਹ ਖਿਆਲ ਕਿੱਥੋਂ ਆਏ ਤੁਸੀਂ ਇਹ ਇੱਕ ਗਰੁੱਪ ਆਫ ਪੀਪਲ ਬਾਰੇ ਆਏ ਕਿਉਂ ਸੋਚ ਰਹੇ ਹੈਗੇ ਹੋ ਐਂਡ ਯੂ ਨੋ ਜਿਵੇਂ ਵੀ ਤੁਸੀਂ ਕਿਹਾ ਲਾਈਕ ਆਪਣੇ ਸਿੱਖੀ ਦੇ ਵਿੱਚ ਆਪਾਂ ਕਾਫੀ ਸਟਰਗਲ ਦੇਖੀ ਹੋਈ ਆ ਤੇ ਜੇ ਸਾਨੂੰ ਯੂ ਨੋ ਇਨਜਸਟਿਸ ਮਿਲ ਰਿਹਾ ਸਾਨੂੰ ਕੋਈ ਡਿਫਰੈਂਟਲੀ ਟਰੀਟ ਕਰ ਰਿਹਾ ਬਿਕਾਜ਼ ਤੁਸੀਂ ਸਰਟਨ ਵੇ ਦੇਖ ਰਹੇ ਹੋ
ਇਹ ਬਿਲਕੁਲ ਗਲਤ ਹੈਗਾ ਆ ਐਂਡ ਜੇ ਆਪਾਂ ਸਿੱਖੀ ਦੇ ਵਿੱਚ ਮੰਨਦੇ ਆ ਜਾਂ ਹਿਊਮੈਨਿਟੀ ਦੇ ਵਿੱਚ ਮੰਨਦੇ ਆ ਆਪਾਂ ਨੂੰ ਸ਼ਰਮ ਹੋਣੀ ਚਾਹੀਦੀ ਆ ਕਿ ਆਪਾਂ ਲੋਕਾਂ ਨੂੰ ਜੱਜ ਕਰਦੇ ਆ ਬੇਸਡ ਔਨ ਉਹਨਾਂ ਦੀ ਅਪੀਅਰੈਂਸ ਕੀ ਹੈਗੀ ਆ ਉਹਨਾਂ ਦੇ ਸਕਿਨ ਦਾ ਰੰਗ ਦਾ ਕਲਰ ਕੀ ਹੈਗਾ ਆ ਮਨੀਤ ਜਿੱਦਾਂ ਤੁਸੀਂ ਕਹਿ ਰਹੇ ਸੀ ਕਿ ਜੇ ਅਸੀਂ ਸਿੱਖੀ ਦਾ ਐਗਜ਼ਾਮਪਲ ਲਈਏ I mean I was gonna say I'm sorry to say but I'm not sorry to say especially ਸਾਡੇ community ਦੇ ਵਿੱਚ ਜਿੱਦਾਂ ਅਸੀਂ ਕਿਹਾ racism definitely ਹੈਗੀ ਆ ਅਸੀਂ ਖੰਡਿਆਂ ਦੇ ਟੈਟੂ ਬਣਾਏ ਆ ਜਾਂ ਸਾਡੀ ਗੱਡੀ ਤੇ ਸ਼ਹੀਦ ਭਗਤ ਸਿੰਘ ਦੀ ਫੋਟੋ ਲਾਈ ਆ like on the outside ਅਸੀਂ ਕਹਿੰਦੇ ਆ ਕਿ ਅਸੀਂ ਸਿੱਖ ਆ ਪਰ ਜਦ actually ਇਦਾਂ ਦੇ important causes ਹੁੰਦੇ ਆ ਅਸੀਂ ਕੀ ਕਰ ਰਹੇ ਆ so of course ਜਿੱਦਾਂ ਤੁਸੀਂ ਹਰਜੋਤ ਕਿਹਾ ਕਿ obviously ਸਾਰਿਆਂ ਦੇ ਕੋਲ finances ਨਹੀਂ ਹੈਗੇ ਉਹ donate ਨਹੀਂ ਕਰ ਸਕਦੇ ਜਾਂ ਸਾਨੂੰ ਪਤਾ ਸਾਰੇ ਜਾ ਕੇ protest ਨਹੀਂ ਕਰ ਸਕਦੇ ਪਰ ਜੇ ਅਸੀਂ simply ਸਾਡੇ ਘਰ ਦੇ ਵਿੱਚ ਇਹ ਗੱਲ ਸ਼ੁਰੂ ਕਰੀਏ and I know simply ਵੀ ਇੱਕ ਬਹੁਤ light word ਹੈਗਾ ਆ because ਇਹ ਜਿਹੜੀ racism ਸਾਡੇ community ਦੇ ਵਿੱਚ ਹੈਗੀ ਆ is deeply embedded all the way from colonialism ਪਰ ਜੇ ਅਸੀਂ ਇੱਕ ਬੰਦੇ ਨਾਲ ਵੀ ਇਹ discussion ਕਰ ਸਕਦੇ ਆ ਜਾਂ ਇੱਕ ਬੰਦੇ ਨਾਲ ਇਹ video ਵੀ share ਕਰ ਸਕਦੇ ਆ that is us doing our part. Absolutely. And one thing to also note is that ਜੇ ਅਸੀਂ ਆਪਣੇ ਆਪ ਵੀ find maybe ਤੁਸੀਂ ਅਜੇ ਇੰਨੇ empowered ਨਹੀਂ ਹੈਗੇ ਕਿ ਤੁਸੀਂ ਕਿਸੇ ਨਾਲ ਹੋਰ ਨਾਲ ਗੱਲ ਕਰੋ ਪਰ ਜੇ ਤੁਸੀਂ ਆਪਣੇ ਆਪ ਵਿੱਚ ਕੈਚ ਕਰ ਸਕਦੇ ਹੋ ਕਿਉਂਕਿ ਮੈਂ ਆਪਣੇ ਆਪ ਨੂੰ progressive, open-minded and educated ਆਪਣੇ ਆਪ ਨੂੰ ਸਮਝਦੀ ਹਾਂ ਪਰ ਮੈਨੂੰ ਲੱਗਦਾ ਕਿ ਮੈਂ ਵੀ ਆਪਣੇ ਆਪ ਨੂੰ ਕੈਚ ਕਰ ਸਕਦੀ ਹਾਂ ਉਹ ਜਿਹੜੇ internalized racism ਨੂੰ ਸੋਚਣ ਬਾਰੇ and ਮੈਂ ਆਪਣੇ ਆਪ ਨੂੰ ਹਮੇਸ਼ਾ ਚੈੱਕ ਕਰਨਾ ਚਾਹੀਦਾ ਵਾ I think ਜੇ ਤੁਸੀਂ ਕਿਸੇ ਬਾਰੇ ਕੁਝ ਕਹਿ ਸਕਦੇ ਪਹਿਲਾਂ ਤੁਸੀਂ ਆਪਣੇ ਆਪ ਵਿੱਚ ਵੀ ਕਰਨਾ ਚਾਹੀਦਾ and so ਇਹ ਜਿਹੜੀ internalized racism ਇਹ ਬਹੁਤ deep ਜਾਂਦੀ ਆ and so ਅਸੀਂ ਕਿਵੇਂ ਉਹ dismantle ਕਰ ਸਕਦੇ ਇਹਨੂੰ time ਲੱਗਣਾ for sure but ਅਸੀਂ ਕਿਤੇ ਸ਼ੁਰੂ ਕਰੋਗੇ ਤੇ ਫਿਰ ਹੀ ਕਿਤੇ ਅੱਗੇ ਜਾਊਗਾ yeah and I think even knowledge ਦੇ ਨਾਲ ਜਿਵੇਂ ਤੁਸੀਂ ਆਪਦੇ ਆਪਦੇ ਆਪ ਨੂੰ ਰੈਕਗਨਾਈਜ਼ ਕਰਦੇ ਹੋ ਜੇ ਸਾਨੂੰ ਕੋਈ ਵੀ ਆ ਕੇ ਆਪਦੀ ਐਕਸਪੀਰੀਅੰਸ ਦੱਸਦਾ ਹੁਣ ਹਫਤੇ ਮੈਂ ਆਪਦੇ ਗਰੁੱਪ ਆਫ ਫਰੈਂਡਸ ਦੇ ਵਿੱਚ ਨੋਟਿਸ ਕੀਤਾ ਮੈਂ ਸਾਰਿਆਂ ਨੂੰ ਪੁੱਛਦੀ ਹਾਂ ਕਿ ਤੁਸੀਂ ਰੇਸਿਜ਼ਮ ਐਕਸਪੀਰੀਅੰਸ ਕੀਤਾ ਕਿਵੇਂ ਐਕਸਪੀਰੀਅੰਸ ਕੀਤਾ ਤੁਹਾਡੇ ਫਰੈਂਡਸ ਨੇ ਐਕਸਪੀਰੀਅੰਸ ਕੀਤਾ ਐਂਡ ਬਹੁਤ ਕਾਮਨ ਕਨਵਰਸੇਸ਼ਨ ਸੀ ਜਿਹੜੀ ਸ਼ਾਇਦ ਪਹਿਲਾਂ had unfortunately ਜਿਹੜਾ event states ਦੇ ਵਿੱਚ ਹੋਇਆ ਜਾਰਜ ਫਲੋਇਡ ਦੇ ਨਾਲ ਹੋਇਆ ਜੇ ਉਹ ਨਾ ਹੁੰਦਾ ਸ਼ਾਇਦ ਮੈਂ ਅੱਜ ਇਹ conversation ਨਹੀਂ ਕਰਦੀ ਹੁੰਦੀ ਤੁਹਾਡੇ ਦੋਨਾਂ ਦੇ ਨਾਲ right so ਜਦੋਂ ਸਾਨੂੰ ਕੋਈ ਵੀ person ਆਪਦਾ racism ਦਾ experience ਦੱਸਦਾ ਤੁਸੀਂ ਉਹਨਾਂ ਦਾ ਉਹ experience ਉਹਨਾਂ ਲਈ summarize ਨਾ ਕਰੋ ਉਹਨਾਂ ਦਾ experience ਉਹਨਾਂ ਦਾ ਹੈਗਾ ਆ ਉਹ ਪਹਿਲਾਂ validate ਕਰੋ ਉਹਨਾਂ ਨੂੰ ਸੁਣੋ and ਇਹੀ ਚੀਜ਼ ਮੈਂ ਬਹੁਤ ਬਿਊਟੀਫੁਲੀ ਹੈਗੀ ਆ ਆਨਲਾਈਨ ਕਿ ਆਪਾਂ ਨੂੰ ਪਹਿਲਾਂ ਸੁਣਨਾ ਚਾਹੀਦਾ ਜਿਹੜੀ ਚੀਜ਼ਾਂ ਆਪਾਂ ਸਿੱਖੀਆਂ ਹੋਈਆਂ ਉਹ ਅਨਲਰਨ ਕਰਨੀਆਂ ਚਾਹੀਦੀਆਂ ਕਿਉਂਕਿ ਬਹੁਤ ਚੀਜ਼ਾਂ ਆਪਾਂ ਨੂੰ ਆਪਣੀ ਸੋਚ ਬਦਲਣ ਵਾਲੀ ਆ even ਸ਼ਾਇਦ ਸਕੂਲ ਦੇ ਵਿੱਚ ਕਮਿਊਨਿਟੀ ਦੇ ਵਿੱਚ ਫਰੈਂਡਸ ਥਰੂ ਤੁਸੀਂ ਇੰਨੀਆਂ ਹੈਬਿਟਸ ਨੈਚੁਰਲੀ ਸਿੱਖੇ ਹੋਏ ਸਾਨੂੰ ਪਤਾ ਵੀ ਨਹੀਂ ਕਿ ਉਹ ਗਲਤ ਹੈਗਾ ਆ ਲੋਕਾਂ ਦੀ ਗੱਲ ਸੁਣੋ ਐਜੂਕੇਟ ਕਰੋ ਤੇ ਉਹਨਾਂ ਦੇ ਐਕਸਪੀਰੀਅੰਸ ਸੁਣ ਕੇ ਸਾਨੂੰ ਰੀਅਲਾਈਜ਼ ਹੋਊਗਾ ਕਿ ਉਹਨਾਂ ਲਈ ਕਿੰਨਾ ਡਿਫਿਕਲਟ ਹੈਗਾ ਆ ਤੇ ਤੁਸੀਂ ਕਿਵੇਂ ਇੰਪੈਕਟ ਕਰ ਸਕਦੇ ਹੋ ਤੇ ਕਮਿਊਨਿਟੀ ਦੇ ਵਿੱਚ ਚੇਂਜ ਬ੍ਰਿੰਗ ਕਰ ਸਕਦੇ ਹੋ ਇਨ ਸਮਾਲ ਸਟੈਪਸ ਦੇ ਨਾਲ ਹੀ ਸਾਰਾ ਕੁਝ ਹੁੰਦਾ ਆ Yeah, I think one thing to note and add ਕਰਨ ਵਾਸਤੇ ਕਿ ਸਾਨੂੰ ਸਮਝਣ ਵਾਸਤੇ ਅਸੀਂ ਆਪਣੇ ਐਕਸਪੀਰੀਅੰਸ ਬਾਰੇ ਸੋਚਣਾ ਚਾਹੀਦਾ ਸੋ ਜੇ ਅਸੀਂ ਰੇਸਿਜ਼ਮ ਬਾਰੇ ਸੋਚ ਕੇ ਇਹਨਾਂ ਨੂੰ ਇਸ ਤਰ੍ਹਾਂ ਦੇ ਰੇਸਿਜ਼ਮ inflict ਕੀਤੀ ਜਾਂਦੀ ਆ ਸਾਡੇ ਐਕਸਪੀਰੀਅੰਸਸ ਕੀ ਰੇਸਿਜ਼ਮ ਦੇ ਨਾਲ but in this moment ਸਾਨੂੰ ਯਾਦ ਰੱਖਣਾ ਚਾਹੀਦਾ ਕਿ this movement is about black lives in this moment it's like ਮੇਰੇ ਵਾਸਤੇ ਵੀ ਜਦੋਂ ਮੈਂ ਸੋਚਦੀ ਰੇਸਿਜ਼ਮ ਬਾਰੇ ਮੈਂ it's natural ਕਿ ਅਸੀਂ ਆਪਣੇ personal experiences ਬਾਰੇ ਗੱਲਬਾਤ ਕਰੀਏ I think about the times that I've experienced racism myself and ਮੈਂ ਜੇ ਆਪਣੇ ਆਪ ਨੂੰ contextualize ਕਰਨਾ ਉਹ ਤਾਂ ਕੁਛ ਨਹੀਂ ਹੈ compared to what's been going on with the Black community and so right now in this moment ਅਸੀਂ ਕੀ ਕਰ ਸਕਦੇ ਹਾਂ ਉਹ allies ਬਣਨ ਵਾਸਤੇ but also ਅਸੀਂ ਇਹ conversation ਇਕੱਲੇ ਆਪਣੇ ਬਾਰੇ ਨਾ ਬਣਾ ਲਈਏ ਕਿਉਂਕਿ ਇਹ ਵੀ ਮੈਂ online ਬੜੀ ਚੀਜ਼ ਦੇਖੀ ਆ ਕਿ ਅਸੀਂ Black Lives Matter ਦੇ ਕਹਿੰਦੇ ਹੋ ਰਿਹਾ ਵਾ but also ਇਹ ਵੀ ਸਾਡੇ ਨਾਲ ਹੋ ਰਿਹਾ ਵਾ so ਅਸੀਂ ਉਹ topic change ਕਰ ਰਹੇ ਹਾਂ and ਉਹ ਗੱਲਾਂ ਵਾਸਤੇ ਬਹੁਤ space ਹੈ
ਬਹੁਤ ਸਪੇਸ ਹੈ ਬਟ ਇਸ ਵਕਤ ਵਿੱਚ ਇਸ ਟਾਈਮ ਦੇ ਵਿੱਚ ਜਿਵੇਂ ਅਸੀਂ ਕਹਿੰਦੇ ਕਿ ਇਹ ਟਾਈਮ ਕਿੰਨਾ crucial ਹੈ for the Black community and for this momentum for change ਇਸ movement ਆਲੇ ਵਾਲਾ ਰਹਿਣਾ ਚਾਹੀਦਾ and ਕਿਵੇਂ ਅਸੀਂ ਕਰ ਸਕਦੇ ਹਾਂ this is not for everybody, I understand that. It's for the people who are really dedicated and involved in the movement, but ਜਿੰਨਾ ਅਸੀਂ ਆਪਣੇ ਸੋਚ ਉਸ ਪਾਸੇ ਕਰ ਸਕਦੇ ਹਾਂ that is really important. It is very, very important. And even like other tips ਜਿਵੇਂ ਮੈਂ ਸੁਣੀਆਂ ਸੀਗੀਆਂ ਕਿ ਘਰ ਦੇ ਵਿੱਚ ਬੱਚਿਆਂ ਦੇ ਨਾਲ especially because racism ਦੇ ਜਿਹੜੇ thoughts ਹੁੰਦੇ ਆ younger age ਦੇ ਵਿੱਚ ਸ਼ੁਰੂ ਹੁੰਦੇ ਆ ਤੁਸੀਂ story books ਦੇ ਵਿੱਚ ਜਿਹੜੇ ਆਪਾਂ story books buy ਕਰਦੇ ਆ characters diverse ਹੋਣੇ ਚਾਹੀਦੇ ਆ right ਸਾਨੂੰ examples ਦੇਣੇ ਚਾਹੀਦੇ ਆ ਬੱਚਿਆਂ ਨਾਲ ਅੱਜ ਜਿਹੜੀ history ਦੇ ਵਿੱਚ ਗੱਲਬਾਤ ਹੋ ਰਹੀ ਆ ਬੱਚਿਆਂ ਨਾਲ ਕਰਨੀ ਚਾਹੀਦੀ ਆ ਕਿ ਇਹ racism ਆ situation ਹੋਇਆ states ਦੇ ਵਿੱਚ person ਦਾ ਨਾਂ ਹੈਗਾ ਆ ਉਹਨਾਂ ਦੀ family ਦੀ ਗੱਲਬਾਤ ਸੁਣੋ because ਜਿੰਨੀ ਤੁਸੀਂ exposure ਕਰੋਗੇ ਉਨਾ ਤੁਸੀਂ ਉਹਨਾਂ ਦਾ movement understand ਕਰੋਗੇ ਤੇ ਉਹਨਾਂ ਨੂੰ support ਕਰੋ ਤੁਸੀਂ ਵਿੱਚ ਆਪ ਦੀ ਗੱਲ ਨਾ ਸ਼ੁਰੂ ਕਰੋ and ਜੇ ਅਸੀਂ ਆਪਣੇ ਪੰਜਾਬੀ ਕਮਿਊਨਿਟੀ ਦੇ ਨਾਲ ਵੀ ਇਹ ਗੱਲ ਕਰਨੀ ਆ ਸਪੈਸ਼ਲੀ ਸਾਡੇ ਜਿਹੜੇ ਪੇਰੈਂਟਸ ਆ ਜਾਂ ਬਜ਼ੁਰਗ ਆ ਜਿਹਨਾਂ ਨੂੰ ਸ਼ਾਇਦ ਇੰਗਲਿਸ਼ ਨਹੀਂ ਸਮਝ ਆਉਂਦੀ ਇੱਕ ਤਾਂ ਅਸੀਂ already discuss ਕੀਤਾ ਕਿ it doesn't change overnight. Patience definitely ਬਹੁਤ ਜ਼ਰੂਰੀ ਆ especially ਜੇ ਕੋਈ ਕਿਸੇ ਦੀ racist ਸੋਚ ਹੈਗੀ ਆ and ਉਹ ਪਛਾਣਦੇ ਨਹੀਂ ਆ ਇਹਦਾ ਇਹ ਮਤਲਬ ਨਹੀਂ ਕਿ ਤੁਸੀਂ ਉਹਨਾਂ ਦੇ ਨਾਲ ਗੁੱਸੇ ਨਾਲ ਪੇਸ਼ ਆਓ of course ਤੁਸੀਂ ਅੰਦਰੋਂ enraged ਹੈਗੇ ਆ ਕਿ ਇਹਨਾਂ ਦੀ ਸੋਚ ਇਦਾਂ ਕਿਉਂ ਹੈਗੀ ਆ ਇਦਾਂ ਕਿਉਂ ਹੈਗੀ right but ਜੇ ਤੁਸੀਂ patience ਨਾਲ approach ਕਰੋ that's a different way of handling the situation as well. And also ਜੇ ਅਸੀਂ ਆਪਣੇ families ਦੇ ਨਾਲ ਇਹ ਗੱਲ ਕਰਨੀ ਆ ਅਸੀਂ simple terms use ਕਰੀਏ so ਇਹ movement ਦੇ ਵਿੱਚ there's so many like ਜਿੱਦਾਂ ਮੈਂ ਵੀ ਕਿਹਾ ਸੀਗਾ systemic racism okay ਇਹਦਾ ਮਤਲਬ ਕੀ ਆ explain karo so simple language use karo and patience de naal sade apni community nu assi educate kar sakde ha and of course eda aim matlab nahi hai ki ek not meeting but ek gal to baad on di soch badal jani ha ਪਰ ਕੀ ਪਤਾ ਅੰਦਰੋਂ ਅੰਦਰੀ ਉਹ ਸ਼ਾਇਦ ਤੁਹਾਡੀ ਗੱਲ ਸਮਝ ਰਹੇ ਆ even though ਉਹ ਕੁਝ ਹੋਰ ਨਹੀਂ ਕਹਿ ਰਹੇ or you feel ਕਿ ਸ਼ਾਇਦ ਉਹ ਤੁਹਾਡੀ ਗੱਲ ਨਹੀਂ ਸਮਝ ਰਹੇ you never know ਕਿ ਜੋ ਤੁਸੀਂ ਕਹਿ ਰਹੇ ਆ ਸ਼ਾਇਦ ਅੰਦਰੋਂ ਅੰਦਰੀ ਉਹਨਾਂ ਦੇ ਵਿੱਚ ਕੋਈ ਫਰਕ ਪੈ ਰਿਹਾ ਆ ਕੋਈ ਧੱਕੇ ਨਾਲ ਨਹੀਂ ਬਦਲਦਾ ਨਾ ਹੱਥ ਫੜ ਕੇ ਬਦਲਦੇ ਆ ਸੋ ਅਸੀਂ ਇਹੀ ਕੋਸ਼ਿਸ਼ ਤੇ ਹੀ ਅਸੀਂ ਹੱਥ ਫੜ ਕੇ ਇੱਕ ਦੂਜੇ ਨੂੰ ਬਦਲ ਸਕਦੇ ਆ ਧੱਕੇ ਦੇ ਨਾਲ ਨਹੀਂ Thank you, Harjot. So far, ਜਿਵੇਂ ਅੱਜ ਦੀ ਸਾਡੀ conversation ਰਹੀ ਆ racism ਬਾਰੇ and Black Lives Movement ਬਾਰੇ ਜਿੱਥੇ ਵੀ ਤੁਸੀਂ ਸਾਡਾ ਪ੍ਰੋਗਰਾਮ ਦੇਖ ਰਹੇ ਹੋ ਸਾਨੂੰ ਆਪਦੇ community ਦੇ ਵਿੱਚ in tune ਰਹਿਣਾ ਚਾਹੀਦਾ ਆਪਦੇ community ਦੇ ਵਿੱਚ check ਕਰੋ ਕਿ ਤੁਹਾਡੇ city ਦੇ ਵਿੱਚ ਕੀ ਹੋ ਰਿਹਾ community ਕਿਵੇਂ ਇਕੱਠੀ ਆ ਰਹੀ ਆ ਲੋਕਾਂ ਨੂੰ ਪੁੱਛੋ ਉਹ ਕਿਵੇਂ involved ਹੋ ਰਹੇ ਆ And I also a lot of messages ਜਿਹੜੇ ਪੜੇ ਸੀਗੇ ਕਿ ਤੁਸੀਂ Black communities ਨੂੰ businesses ਨੂੰ support ਕਰੋ ਉਹਨਾਂ ਨੂੰ as time ਬਹੁਤ support ਦੀ ਜ਼ਰੂਰਤ ਹੈਗੀ ਆ ਤੇ ਇਹਦੇ ਵਿੱਚ ਵੀ ਆਪਦਾ support ਅਸੀਂ show ਕਰ ਸਕਦੇ ਆ and ਤੁਹਾਡੇ ਹੁਣ ਕੋਈ last comments ਹੈਗੇ ਆ Harjot for the viewers for today ਮੈਂ ਬਸ ਤੁਹਾਨੂੰ ਦੋਵਾਂ ਨੂੰ ਧੰਨਵਾਦ ਕਰਨਾ ਚਾਹੁੰਦੀ ਹਾਂ ਮੈਨੂੰ ਇੱਥੇ ਲੈ ਕੇ ਆਉਣ ਲਈ ਮੇਰੇ ਨਾਲ ਗੱਲਬਾਤ ਕਰਨ ਲਈ and ਅਸੀਂ ਜੇ ਅਸੀਂ ਨਵਾਂ ਸੋਚ ਲੈ ਕੇ ਆਉਣਾ ਚਾਹੁੰਦੇ ਹੋ ਸਾਡੇ ਨਾਲ ਸ਼ੁਰੂ ਕਰਦਾ ਵਾ ਤੁਸੀਂ ਇਹ ਪਲੇਟਫਾਰਮ ਬਣਾਇਆ ਇਹਦੇ ਵਾਸਤੇ ਮੈਂ ਬਹੁਤ ਸ਼ੁਕਰਗੁਜ਼ਾਰ ਹਾਂ ਕਿਉਂਕਿ ਇਹਦੇ ਨਾਲ ਹੀ ਕੁਛ ਨਾ ਕੁਛ ਕਿਸੇ ਦੇ ਦਿਮਾਗ ਵਿੱਚ ਕੁਛ ਆਊਗਾ ਕੋਈ ਆਈਡੀਆ ਆਊਗਾ ਤੇ ਜਿਹੜੀ ਉਹ ਆਈਡੀਆ ਇੱਕ ਬੀ ਵਾਂਗੂ ਨਾ ਉਹ ਕੁਛ ਸੋਹਣਾ ਫਲ ਆਊਗਾ ਉਹਦਾ ਸੋ ਮੈਂ ਤੁਹਾਡੇ ਦੋਵਾਂ ਨੂੰ ਧੰਨਵਾਦ ਕਰਨਾ ਚਾਹੁੰਦੀ ਹਾਂ Thank you Harjot so much ਕਿ ਤੁਸੀਂ ਅੱਜ ਇੱਥੇ ਆਏ ਤੇ ਆਪਣਾ experience and ਆਪਣੀ information ਸਾਡੇ ਨਾਲ ਸਾਂਝਾ ਕੀਤੀ and once again ਸਾਡੀ ਇਹੀ ਬੇਨਤੀ ਹੈ ਕਿ ਜਦ ਵੀ ਤੁਸੀਂ ਇਹ ਐਪੀਸੋਡ ਦੇਖੋਗੇ ਆਪਣੇ ਫੈਮਿਲੀ ਦੇ ਨਾਲ ਦੇਖਿਓ and ਬਾਅਦ ਦੇ ਵਿੱਚ ਵੀ ਜਿਹੜੀ ਲਿੰਕ ਅਸੀਂ ਸ਼ੇਅਰ ਕਰਾਂਗੇ ਉਹ ਤੁਸੀਂ at least ਇੱਕ ਹੋਰ ਬੰਦੇ ਦੇ ਨਾਲ ਸ਼ੇਅਰ ਕਰਿਓ because ਇਹ ਵੀ ਇੱਕ ਤੁਹਾਡਾ moment ਹੈਗਾ ਆ ਇਹ movement ਨੂੰ support ਕਰਨ ਲਈ and ਕਈ ਨਾ in one way or another ਤੁਸੀਂ ਆਪਣੀ ਸੋਚ ਵੀ ਬਦਲ ਸਕਦੇ ਆ ਕਿਸੇ ਹੋਰ ਦੀ ਵੀ ਬਦਲ ਸਕਦੇ ਆ and ਜੇ ਤੁਹਾਨੂੰ ਹੋਰ ਜਾਣਕਾਰੀ ਚਾਹੀਦੀ ਆ ਸੋਚ ਮੈਂਟਲ ਹੈਲਥ ਬਾਰੇ ਤੁਸੀਂ ਸਾਡੇ ਵੈਬਸਾਈਟ ਤੇ ਵੀ ਆ ਸਕਦੇ ਆ ਉੱਥੇ ਅਸੀਂ ਸਾਰੀਆਂ ਵੀਡੀਓਜ਼ ਪੰਜਾਬੀ ਦੇ ਵਿੱਚ ਅਪਲੋਡ ਕਰਦੇ ਆ sochmentalhealth.com ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਆ and ਆਉਣ ਵਾਲੇ ਹਫ਼ਤਿਆਂ ਦੇ ਵਿੱਚ ਵੀ ਅਸੀਂ ਤੁਹਾਡੇ ਲਈ ਹੋਰ ਬਹੁਤ ਹੀ exciting or interesting topics ਲੈ ਕੇ ਆਵਾਂਗੇ ਪੰਜਾਬੀ ਦੇ ਵਿੱਚ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ